ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਓਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ। ਜੀ ਹਾਂ, ਡਿਪਾਰਟਮੈਂਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਗਰੁੱਪ ਬੀ ਔਰ ਸੀ ਦੀਆਂ ਅਸਾਮੀਆਂ ਦੀ ਭਰਤੀ ਦੇ ਲਈ ਜੋ ਨੋਟੀਫਿਕੇਸ਼ਨ ਉਹ ਜਾਰੀ ਕਰ ਦਿੱਤਾ ਗਿਆ ਹੈ। ਤਾਂ ਉਸ ਨੋਟੀਫਿਕੇਸ਼ਨ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। Last date for receipt of online application is 21 April 2023 up to 5 PM। ਤਾਂ ਇਹਨਾਂ ਪੋਸਟਾਂ ਦੇ ਲਈ ਜੋ ਅਪਲਾਈ ਕਰਨ ਦੀ ਜੋ ਅੰਤਿਮ ਮਿਤੀ ਹੈ ਉਹ ਹੈ ਜੀ 21 ਅਪ੍ਰੈਲ 2023 ਔਰ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਸਿਰਫ ਤੇ ਸਿਰਫ ਆਨਲਾਈਨ ਮੈਥਡ ਦੇ ਰਾਹੀਂ ਅਪਲਾਈ ਕਰ ਸਕਦੇ ਹੋ। ਕਿਹੜੀਆਂ-ਕਿਹੜੀਆਂ ਪੋਸਟਾਂ ਹਨ? ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਹ ਗਰੁੱਪ ਬੀ ਔਰ ਗਰੁੱਪ ਸੀ ਦੇ ਲਈ ਜੋ ਅਸਾਮੀਆਂ ਕੱਢੀਆਂ ਗਈਆਂ ਹਨ। ਜੋ ਇਹ ਹੈ ਪੈਰਾਮੈਡੀਕਲ ਟੈਕਨੀਕਲ ਸਟਾਫ ਹੈ। ਗਰੁੱਪ ਬੀ ਦੀਆਂ ਪੋਸਟਾਂ ਦੇ ਵਿੱਚ ਹਨ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਗ੍ਰੇਡ 1 ਔਰ ਗਰੁੱਪ ਸੀ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਉਂਦੇ ਹਨ ਫਾਰਮੇਸੀ ਆਫੀਸਰ, ਲੈਬੋਰੇਟਰੀ ਅਟੈਂਡੈਂਟ, ਜੂਨੀਅਰ ਰੇਡੀਓਗ੍ਰਾਫਿਕ ਟੈਕਨੀਸ਼ੀਅਨ, ਐਕਸਰੇ ਟੈਕਨੀਸ਼ੀਅਨ, ਆਪਰੇਸ਼ਨ ਥੀਏਟਰ ਅਸਿਸਟੈਂਟ, ਜੂਨੀਅਰ ਡਾਇਟੀਸ਼ੀਅਨ, ਫੀਮੇਲ ਹੈਲਥ ਵਰਕਰ, optometrist, refractions, junior radiotherapy technician, plaster technician, assistant dispensary superintendent, mortuary attendant and dental technician। ਤਾਂ ਇਹਨਾਂ ਸਾਰੀਆਂ ਪੋਸਟਾਂ ਦੇ ਲਈ, ਇਹਨਾਂ ਸਾਰੀਆਂ ਅਸਾਮੀਆਂ ਦੇ ਲਈ ਤੁਸੀਂ ਆਨਲਾਈਨ ਢੰਗ ਦੇ ਨਾਲ, ਆਨਲਾਈਨ ਮੈਥਡ ਦੇ ਨਾਲ 21 ਅਪ੍ਰੈਲ 2023 ਤੱਕ ਅਪਲਾਈ ਕਰ ਸਕਦੇ ਹੋ। ਤਾਂ ਹੁਣ ਕੀ ਇਸ ਦੇ ਲਈ ਕੁਆਲੀਫਿਕੇਸ਼ਨ ਹੈ ਅਲੱਗ-ਅਲੱਗ ਅਸਾਮੀਆਂ ਦੇ ਲਈ ਔਰ ਕਿੰਨੀਆਂ-ਕਿੰਨੀਆਂ ਅਸਾਮੀਆਂ ਦੀ ਗਿਣਤੀ ਹੈ ਉਹ ਮੈਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਿਹਾ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਪਹਿਲਾਂ ਅਸੀਂ ਗੱਲ ਕਰਦੇ ਹਾਂ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਗ੍ਰੇਡ 1 ਦੀ। ਅਗਰ ਅਸੀਂ ਦੀ ਕੁੱਲ ਅਸਾਮੀਆਂ ਦੀ ਗੱਲ ਕਰੀਏ ਤਾਂ ਕੁੱਲ ਅਸਾਮੀਆਂ ਹਨ ਜੀ 5, ਜਿਹਦੇ ਵਿੱਚੋਂ 4 ਅਸਾਮੀਆਂ ਹਨ ਅਨਰਿਜ਼ਰਵ ਔਰ ਇੱਕ ਜੋ ਅਸਾਮੀ ਹੈ ਉਹ OBC ਕੈਟੇਗਰੀ ਦੇ ਲਈ ਰਾਖਵੀਂ ਹੈ। OBC ਕੈਟੇਗਰੀ ਜਿਸ ਨੂੰ ਅਸੀਂ ਪਛੜੀ ਸ਼੍ਰੇਣੀ ਦੇ ਨਾਮ ਨਾਲ ਜਾਣਦੇ ਹਾਂ। ਅਗਰ ਇਸ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਸ ਦੀ ਕੁਆਲੀਫਿਕੇਸ਼ਨ ਜੋ ਰਿਕੁਆਇਰਡ ਹੈ ਉਹ ਹੈ ਜੀ BSc ਮੈਡੀਕਲ ਲੈਬ ਟੈਕਨੋਲੋਜੀ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਇੰਸਟੀਟਿਊਸ਼ਨ ਵਿਦ 2 years ਐਕਸਪੀਰੀਅੰਸ ਇਨ ਏ ਹਸਪੀਟਲ ਇੰਸਟੀਟਿਊਸ਼ਨ ਵਿਦ ਮਿਨੀਮਮ 100 ਬੈਡਡ ਕਪੈਸਿਟੀ। ਤਾਂ BSc ਚਾਹੀਦੀ ਹੈ ਜੀ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਵਿੱਚੋਂ, ਜਾਂ ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਫਰੋਮ ਏ ਰਿਕੋਗਨਾਈਜ਼ਡ ਬੋਰਡ institution with 3 year experience in a hospital institution with minimum 100 bedded capacity। ਜਾਂ ਫਿਰ ਤੁਸੀਂ ਜੋ MLT ਦੇ ਵਿੱਚ ਜੋ ਡਿਪਲੋਮਾ ਕੀਤਾ ਹੋਵੇ ਕਿਸੇ ਮਾਨਤਾ ਪ੍ਰਾਪਤ ਬੋਰਡ ਦੇ ਵਿੱਚੋਂ ਔਰ ਇਸ ਦੇ ਨਾਲ ਹੀ ਤੁਹਾਡੇ ਕੋਲ 3 ਸਾਲ ਦਾ ਜੋ ਤਜਰਬਾ ਹੋਣਾ ਜ਼ਰੂਰੀ ਹੈ। ਰਿਮਾਰਕਸ ਦੇ ਵਿੱਚ ਲਿਖਿਆ ਹੈ ਜੀ ਔਨ ਡਾਇਰੈਕਟ ਕੰਟਰੈਕਟ ਬੇਸਿਸ DC ਰੇਟਸ। ਤਾਂ ਇਸ ਦੇ ਲਈ ਜੋ ਮਿਹਨਤਾਨਾ ਮਿਲੇਗਾ ਉਹ DC ਰੇਟਸ ਜੋ ਵੀ ਚੱਲ ਰਹੇ ਹੋਣਗੇ ਤਾਂ ਉਹਨਾਂ ਦੇ ਅਨੁਸਾਰ ਹੀ ਮਿਲਣਯੋਗ ਹੋਵੇਗਾ। ਨੈਕਸਟ ਜੋ ਪੋਸਟ ਦੀ ਅਸੀਂ ਗੱਲ ਕਰਦੇ ਹਾਂ ਉਹ ਹੈ ਜੀ ਫਾਰਮੇਸੀ ਆਫੀਸਰ। ਟੋਟਲ ਇਸ ਦੀਆਂ ਅਸਾਮੀਆਂ ਹਨ 3 ਔਰ ਜੋ ਇਹ ਤਿੰਨੇ ਦੀਆਂ ਤਿੰਨੇ ਅਸਾਮੀਆਂ ਹਨ ਇਹ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਰੱਖੀਆਂ ਗਈਆਂ ਹਨ। ਅਗਰ ਅਸੀਂ ਇਸ ਦੀ ਗੱਲ ਕਰੀਏ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ, ਵਿਦਿਅਕ ਯੋਗਤਾ ਦੀ, ਤਾਂ ਇਸ ਦੇ ਲਈ ਕੀ ਮੰਗਿਆ ਗਿਆ ਹੈ ਜੀ ਡਿਪਲੋਮਾ ਇਨ ਫਾਰਮੇਸੀ ਫਰੋਮ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਆਫਟਰ +2। ਤਾਂ ਡਿਪਲੋਮਾ ਜੋ +2 ਤੋਂ ਬਾਅਦ ਹੁੰਦਾ ਹੈ ਫਾਰਮੇਸੀ ਦਾ ਉਸਦੀ ਇਸ ਦੇ ਲਈ ਮੰਗ ਕੀਤੀ ਗਈ ਹੈ, ਜਾਂ ਫਿਰ ਬੈਚਲਰ ਡਿਗਰੀ ਇਨ ਫਾਰਮਾਸਿਊਟੀਕਲ ਸਾਇੰਸਿਸ। ਤੁਸੀਂ ਜੋ ਬੈਚਲਰ ਡਿਗਰੀ ਕੀਤੀ ਹੋਵੇ ਫਾਰਮਾਸਿਊਟੀਕਲ ਸਾਇੰਸਿਸ ਦੇ ਵਿੱਚ, ਫਾਰਮੇਸੀ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਇੰਸਟੀਟਿਊਸ਼ਨ ਸ਼ੁੱਡ ਬੀ ਰਜਿਸਟਰਡ ਵਿਦ ਦਾ ਫਾਰਮੇਸੀ ਕਾਉਂਸਲ ਆਫ ਇੰਡੀਆ। ਔਰ ਜਾਂ ਫਿਰ ਕੀ ਹੈ ਕਿ ਤੁਸੀਂ ਜੋ ਫਾਰਮੇਸੀ ਜੋ ਤੁਹਾਡੀ ਕੀਤੀ ਹੈ ਤੁਸੀਂ ਉਹ ਫਾਰਮੇਸੀ ਕਾਉਂਸਲ ਆਫ ਇੰਡੀਆ ਦੇ ਵਿੱਚ ਰਜਿਸਟਰਡ ਹੋਣੀ ਚਾਹੀਦੀ ਹੈ। ਤਾਂ ਇਸ ਦੇ ਲਈ ਵੀ ਜੋ ਮਿਹਨਤਾਨਾ ਮਿਲੇਗਾ ਉਹ DC ਰੇਟਸ ਦੇ ਅਕੋਰਡਿੰਗ ਹੀ ਮਿਲਣਯੋਗ ਹੋਏਗਾ। ਅਗਲੀ ਪੋਸਟ ਦੀ ਅਸੀਂ ਗੱਲ ਕਰਦੇ ਹਾਂ ਜੀ ਜਿਸ ਦਾ ਨਾਮ ਹੈ ਜੀ ਲੈਬੋਰੇਟਰੀ ਅਟੈਂਡੈਂਟ। ਤਾਂ ਲੈਬੋਰੇਟਰੀ ਅਟੈਂਡੈਂਟ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਜੋ ਕੁੱਲ ਅਸਾਮੀਆਂ ਹਨ ਉਹ ਹਨ ਜੀ 12, ਜਿਸ ਦੇ ਵਿੱਚੋਂ 9 ਅਸਾਮੀਆਂ ਹਨ ਜੋ ਕਿ ਅਨਰਿਜ਼ਰਵਡ ਹਨ, 2 ਜੋ ਅਸਾਮੀਆਂ ਹਨ ਉਹ BC ਕੈਟੇਗਰੀ ਦੇ ਲਈ ਹਨ ਔਰ ਇੱਕ ਅਸਾਮੀ ਜੋ ਹੈ ਉਹ SC ਕੈਟੇਗਰੀ ਦੇ ਲਈ ਰਾਖਵੀਂ ਰੱਖੀ ਗਈ ਹੈ। ਤਾਂ ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਜੀ ਉਹ +2 ਹੈ ਵਿਦ ਵੋਕੇਸ਼ਨਲ ਕੋਰਸ ਇਨ MLT ਫਰੋਮ ਏ ਰਿਕੋਗਨਾਈਜ਼ਡ ਬੋਰਡ। ਤਾਂ ਜੋ +2 ਦੇ ਨਾਲ ਜੋ ਵੋਕੇਸ਼ਨਲ ਕੋਰਸ ਹੈ ਜੋ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਹੁੰਦਾ ਹੈ ਉਹ ਕੀਤਾ ਹੋਣਾ ਜ਼ਰੂਰੀ ਹੈ ਔਰ 1 ਸਾਲ ਦਾ ਇਸ ਦੇ ਲਈ ਜੋ ਤਜਰਬਾ ਮੰਗਿਆ ਗਿਆ ਹੈ ਕਿਸੇ ਵੀ ਹਸਪੀਟਲ ਦੇ ਵਿੱਚ ਜਾਂ ਸੰਸਥਾ ਦੇ ਵਿੱਚ, ਜਾਂ ਫਿਰ ਤੁਸੀਂ ਡਿਪਲੋਮਾ ਇਨ ਮੈਡੀਕਲ ਲੈਬ ਟੈਕਨੋਲੋਜੀ ਕੀਤਾ ਹੋਵੇ ਫਰੋਮ ਏ ਰਿਕੋਗਨਾਈਜ਼ਡ ਬੋਰਡ ਇੰਸਟੀਟਿਊਸ਼ਨ ਔਰ ਇਸ ਦੇ ਨਾਲ ਹੀ ਤੁਹਾਨੂੰ ਜੋ ਨੌਲੇਜ ਹੋਣੀ ਚਾਹੀਦੀ ਹੈ ਉਹ ਪੈਥੋਲੋਜੀ ਦੇ ਵਿੱਚ ਹੋਣੀ ਜ਼ਰੂਰੀ ਹੈ ਔਰ ਇਸ ਦੇ ਲਈ ਵੀ ਜੋ ਮਿਹਨਤਾਨਾ ਹੋਏਗਾ ਉਹ DC ਰੇਟਸ ਦੇ ਉੱਤੇ ਹੀ ਮਿਲਣਯੋਗ ਹੋਏਗਾ। ਨੈਕਸਟ ਅਸੀਂ ਪੋਸਟ ਦੀ ਗੱਲ ਕਰਦੇ ਹਾਂ ਜੀ ਉਹ ਹੈ ਜੂਨੀਅਰ ਰੇਡੀਓਗ੍ਰਾਫਰ ਦੀ। ਤਾਂ ਇਸ ਦੀਆਂ ਜੋ ਕੁੱਲ ਅਸਾਮੀਆਂ ਹਨ 6, ਜਿਹਦੇ ਵਿੱਚੋਂ 4 ਅਸਾਮੀਆਂ ਹਨ ਜੀ ਅਨਰਿਜ਼ਰਵ,
ਜੋ ਕਿ ਓਪਨ ਸ਼੍ਰੇਣੀ ਦੇ ਵਿੱਚ ਹਨ। ਇੱਕ ਸ਼੍ਰੇਣੀ ਇੱਕ ਅਸਾਮੀ ਹੈ ਜੋ BC ਕੈਟੇਗਰੀ ਦੇ ਲਈ ਹੈ, ਔਰ ਇੱਕ ਹੀ ਜੋ ਹੈ SC ਕੈਟੇਗਰੀ ਦੇ ਲਈ ਰਾਖਵੀਂ ਹੈ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਹੈ ਜੀ BSc ਮੈਡੀਕਲ ਟੈਕਨੋਲੋਜੀ ਦੇ ਵਿੱਚ ਤੁਸੀਂ ਕੀਤੀ ਹੋਵੇ, ਜੋ ਤੁਹਾਡੀ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਹੈ ਉਹ ਐਕਸ-ਰੇ ਟੈਕਨੀਕਸ ਦੇ ਵਿੱਚ ਹੋਣੀ ਚਾਹੀਦੀ ਹੈ, ਜਾਂ ਫਿਰ ਤੁਸੀਂ BSc ਕੀਤੀ ਹੋਵੇ ਮੈਡੀਕਲ ਰੇਡੀਏਸ਼ਨ ਟੈਕਨੋਲੋਜੀ ਦੇ ਵਿੱਚ, ਔਰ ਜਾਂ ਫਿਰ ਤੁਸੀਂ ਡਿਪਲੋਮਾ ਸਰਟੀਫਿਕੇਟ ਕੋਰਸ ਕੀਤਾ ਹੋਵੇ ਰੇਡੀਓਗ੍ਰਾਫੀ ਦੇ ਵਿੱਚ, ਔਰ ਜੋ ਤੁਹਾਡੀ ਇਹ ਸਾਰੀ ਯੋਗਤਾ ਹੈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ, ਬੋਰਡ ਤੋਂ ਜਾਂ ਯੂਨੀਵਰਸਿਟੀ ਤੋਂ ਹੋਣੀ ਜ਼ਰੂਰੀ ਹੈ। ਔਰ ਇਸ ਦੇ ਲਈ ਵੀ ਜੋ ਮਿਹਨਤਾਨਾ ਹੋਏਗਾ ਉਹ DC ਰੇਟਸ ਦੇ ਉੱਤੇ ਹੀ ਮਿਲਣਯੋਗ ਹੋਏਗਾ। ਨੈਕਸਟ ਜੋ ਪੋਸਟ ਹੈ ਜੀ ਅਸਾਮੀ ਹੈ ਉਹ ਹੈ ਆਪਰੇਸ਼ਨ ਥੀਏਟਰ ਅਸਿਸਟੈਂਟ ਦੀ। ਕੁੱਲ ਅਸਾਮੀਆਂ ਹਨ ਜੀ 5, ਜਿਹਦੇ ਵਿੱਚ 4 ਅਸਾਮੀਆਂ ਹਨ ਅਨਰਿਜ਼ਰਵਡ, ਔਰ ਇੱਕ ਅਸਾਮੀ ਹੈ ਜੋ BC ਸ਼੍ਰੇਣੀ ਦੇ ਲਈ ਰਾਖਵੀਂ ਰੱਖੀ ਗਈ ਹੈ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਹੈ ਜੀ BSc ਇਨ ਆਪਰੇਸ਼ਨ ਥੀਏਟਰ ਟੈਕਨੋਲੋਜੀ, ਜਾਂ ਫਿਰ ਡਿਪਲੋਮਾ ਇਨ ਆਪਰੇਸ਼ਨ ਥੀਏਟਰ ਅਸਿਸਟੈਂਟ ਕੋਰਸ ਫਰੋਮ ਏ ਰਿਕੋਗਨਾਈਜ਼ਡ ਇੰਸਟੀਟਿਊਸ਼ਨ। ਜਾਂ ਤਾਂ ਤੁਸੀਂ BSc ਕੀਤੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ ਆਪਰੇਸ਼ਨ ਥੀਏਟਰ ਦੇ ਵਿੱਚ, ਜੋ ਕਿ ਤੁਹਾਡਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਜਾਂ ਯੂਨੀਵਰਸਿਟੀ ਤੋਂ ਕੀਤਾ ਹੋਣਾ ਜ਼ਰੂਰੀ ਹੈ। ਔਰ ਇਸ ਦੇ ਲਈ ਵੀ ਜੋ ਮਿਹਨਤਾਨਾ ਉਹ DC ਰੇਟਸ ਉੱਤੇ ਮਿਲਣਯੋਗ ਹੋਏਗਾ। ਨੈਕਸਟ ਜੋ ਅਸਾਮੀ ਹੈ ਜੀ ਉਹ ਹੈ ਜੂਨੀਅਰ ਡੈਂਟੀਸ਼ੀਅਨ ਦੀ। ਟੋਟਲ ਅਸਾਮੀ ਹੈ 1, ਔਰ ਜੋ ਇੱਕ ਅਸਾਮੀ ਹੈ ਇਹ ਅਨਰਿਜ਼ਰਵਡ ਹੈ, ਓਪਨ ਕੈਟੇਗਰੀ ਦੇ ਵਿੱਚ ਰੱਖੀ ਗਈ ਹੈ। ਇਸ ਦੇ ਲਈ ਜੋ ਰਿਕੁਆਇਰਡ ਵਿਦਿਅਕ ਯੋਗਤਾ ਹੈ ਉਹ ਹੈ ਜੀ MSc ਇਨ ਫੂਡ ਐਂਡ ਨਿਊਟ੍ਰੀਸ਼ਨ ਦੇ ਵਿੱਚ, ਜਾਂ ਫਿਰ ਤੁਸੀਂ BSc ਕੀਤੀ ਹੋਵੇ ਹੋਮ ਸਾਇੰਸ ਦੇ ਵਿੱਚ, ਔਰ 1 ਸਾਲ ਦਾ ਜੋ ਤੁਹਾਨੂੰ ਇਸ ਦੇ ਵਿੱਚ ਤਜਰਬਾ ਹੋਣਾ ਚਾਹੀਦਾ ਹੈ ਕਿਸੇ ਵੀ ਹਸਪੀਟਲ ਦੇ ਵਿੱਚ ਜਿਹਦੇ ਵਿੱਚ 100 ਬੈੱਡ ਲਗਾਉਣ ਦੀ ਕੈਪੈਸਿਟੀ ਹੋਵੇ। ਔਰ ਇਸ ਦੇ ਲਈ ਵੀ ਜੋ ਮਿਹਨਤਾਨਾ ਹੈ ਉਹ DC ਰੇਟਸ ਦੇ ਉੱਤੇ ਹੀ ਮਿਲਣਯੋਗ ਹੋਏਗਾ। ਅਗਲੀ ਅਸੀਂ ਅਸਾਮੀ ਦੀ ਗੱਲ ਕਰੀਏ ਜੀ ਉਹ ਹੈ ਜੀ ਫੀਮੇਲ ਹੈਲਥ ਵਰਕਰ ਦੀ। ਤਾਂ ਤੁਸੀਂ ਦੇਖ ਸਕਦੇ ਹੋ ਇਸ ਦੀਆਂ ਜੋ ਕੁੱਲ ਅਸਾਮੀਆਂ ਹਨ, ਇੱਕ ਅਸਾਮੀ ਹੈ ਉਹ ਅਨਰਿਜ਼ਰਵਡ ਕੈਟੇਗਰੀ ਹੈ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਹੈ ਜੀ ਟ੍ਰੇਨਿੰਗ ਕੋਰਸ ਡਿਪਲੋਮਾ ਇਨ ਮਲਟੀਪਰਪਜ਼ ਹੈਲਥ ਵਰਕਰ ਦੇ ਵਿੱਚ ਤੁਸੀਂ ਡਿਪਲੋਮਾ ਕੀਤਾ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ, ਔਰ ਮਿਹਨਤਾਨਾ ਜੋ ਹੈ ਉਹ DC ਰੇਟਸ ਦੇ ਉੱਤੇ ਮਿਲਣਯੋਗ ਹੋਏਗਾ। ਨੈਕਸਟ ਜੋ ਅਸਾਮੀ ਹੈ ਉਹ ਹੈ ਜੀ ਓਪਟੋਮੈਟਰਿਸਟ ਦੀ। ਇੱਕ ਅਸਾਮੀ ਹੈ ਜੀ ਔਰ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਹੈ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਹੈ BSc ਇਨ ਓਪਥੋਮਿਕ ਟੈਕਨੀਕ ਫਰੋਮ ਏ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਕੀਤੀ ਹੋਵੇ ਤੁਸੀਂ, ਜਾਂ ਫਿਰ +2 ਤੁਸੀਂ ਵੋਕੇਸ਼ਨਲ ਕੋਰਸ ਦੇ ਵਿੱਚ ਕੀਤੀ ਹੋਵੇ ਓਪਥੈਲਮਿਕ ਟੈਕਨੀਕਸ ਦੇ ਵਿੱਚ, ਜਾਂ ਫਿਰ +2 ਤੁਸੀਂ ਕੀਤੀ ਹੋਵੇ ਸਾਇੰਸ ਦੇ ਨਾਲ, ਔਰ ਡਿਪਲੋਮਾ ਇਨ ਓਪਥੈਲਮਿਕ ਟੈਕਨੀਕਸ ਫਰੋਮ ਏ ਰਿਕੋਗਨਾਈਜ਼ਡ ਇੰਸਟੀਟਿਊਸ਼ਨ ਔਰ ਬੋਰਡ। ਔਰ ਜੋ ਮਿਹਨਤਾਨਾ ਹੋਏਗਾ ਉਹ DC ਰੇਟਸ ਦੇ ਉੱਤੇ ਮਿਲਣਯੋਗ ਹੋਏਗਾ। ਨੈਕਸਟ ਜੋ ਪੋਸਟ ਹੈ ਜੀ ਉਹ ਹੈ ਜੂਨੀਅਰ ਰੇਡੀਓਥੈਰੇਪੀ ਟੈਕਨੀਸ਼ੀਅਨ ਦੀ। ਟੋਟਲ ਪੋਸਟਾਂ ਹਨ 2, ਔਰ ਦੋਨੋਂ ਦੀਆਂ ਦੋਨੋਂ ਪੋਸਟਾਂ ਜੋ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਹਨ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ +2 ਔਰ ਇਕੁਇਵਲੈਂਟ ਵਿਦ ਸਾਇੰਸ ਸਬਜੈਕਟ, ਔਰ ਨਾਲ ਇਸ ਦੇ ਕੀ ਹੈ ਕਿ 2 ਇਅਰਸ ਰੇਡੀਓਥੈਰੇਪੀ ਦਾ ਜੋ ਟੈਕਨੋਲੋਜੀਕਲ ਕੋਰਸ ਹੈ ਉਹ ਤੁਹਾਡਾ ਕੀਤਾ ਹੋਣਾ ਜ਼ਰੂਰੀ ਹੈ। ਔਰ ਇਸ ਦੇ ਲਈ ਜੋ ਮਿਹਨਤਾਨਾ ਹੈ ਉਹ DC ਰੇਟਸ ਦੇ ਉੱਤੇ ਮਿਲਣਯੋਗ ਹੋਏਗਾ। ਨੈਕਸਟ ਪੋਸਟ ਹੈ ਜੀ ਪਲਾਸਟਰ ਟੈਕਨੀਸ਼ੀਅਨ ਦੀ। ਇੱਕ ਪੋਸਟ ਹੈ ਔਰ ਇੱਕ ਹੀ ਜੋ ਇਹ ਪੋਸਟ ਹੈ ਇਹ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਹੈ। ਇਸ ਦੇ ਲਈ ਜੋ ਵਿਦਿਅਕ ਯੋਗਤਾ ਹੈ +2 ਵਿਦ ਸਾਇੰਸ ਕੀਤੀ ਹੋਵੇ, ਔਰ ਇਸ ਦੇ ਨਾਲ ਹੀ ਜੋ 2 ਸਾਲ ਦਾ ਜੋ ਪ੍ਰੋਫੈਸ਼ਨਲ ਜੋ ਤੁਹਾਡਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ ਹੋਣਾ ਚਾਹੀਦਾ ਹੈ। ਮਿਹਨਤਾਨਾ DC ਰੇਟਸ ਦੇ ਉੱਤੇ ਮਿਲਣਯੋਗ ਹੋਏਗਾ। ਨੈਕਸਟ ਜੋ ਅਸਾਮੀ ਹੈ ਉਹ ਹੈ ਜੀ ਅਸਿਸਟੈਂਟ ਡਿਸਪੈਂਸਰੀ ਸੁਪਰਡੈਂਟ ਦੀ। ਇੱਕ ਅਸਾਮੀ ਹੈ, ਔਰ ਜੋ ਇੱਕ ਅਸਾਮੀ ਹੈ ਇਹ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਰੱਖੀ ਗਈ ਹੈ। ਅਗਰ ਇਸ ਦੀ ਅਸੀਂ ਵਿਦਿਅਕ ਯੋਗਤਾ ਦੀ ਗੱਲ ਕਰੀਏ ਉਹ ਹੈ ਜੀ ਬੈਚਲਰ ਡਿਗਰੀ ਇਨ ਫਾਰਮਾਸਿਊਟੀਕਲ ਸਾਇੰਸਿਸ, ਔਰ ਜਾਂ ਫਿਰ ਤੁਸੀਂ ਡਿਪਲੋਮਾ ਕੀਤਾ ਹੋਵੇ ਫਾਰਮੇਸੀ ਦੇ ਵਿੱਚ, ਔਰ ਜੋ ਤੁਹਾਡੀ ਇਹ ਵਿਦਿਅਕ ਯੋਗਤਾ ਹੈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਹੋਣੀ ਜ਼ਰੂਰੀ ਹੈ। ਔਰ ਇਸ ਦੇ ਲਈ ਜੋ ਮਿਹਨਤਾਨਾ ਹੋਏਗਾ ਉਹ DC ਰੇਟਸ ਦੇ ਉੱਤੇ ਹੀ ਮਿਲਣਯੋਗ ਹੋਏਗਾ। ਨੈਕਸਟ ਅਸੀਂ ਅਸਾਮੀ ਦੀ ਗੱਲ ਕਰਦੇ ਹਾਂ ਉਹ ਹੈ ਜੀ ਮੋਰਚਰੀ ਅਟੈਂਡੈਂਟ। ਇਸ ਦੀਆਂ ਅਸਾਮੀਆਂ ਦੀ ਗੱਲ ਕਰੀਏ ਟੋਟਲ ਅਸਾਮੀ ਹੈ ਜੀ 1, ਔਰ ਜੋ ਇਹ ਅਸਾਮੀ ਹੈ ਇਹ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਰੱਖੀ ਗਈ ਹੈ। ਇਸ ਦੀ ਵਿਦਿਅਕ ਯੋਗਤਾ ਹੈ ਜੀ +2 ਪ੍ਰੈਫਰੇਬਲ ਹੈ, ਔਰ ਅਗਰ ਕੋਈ ਡਿਪਲੋਮਾ ਜਾਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਮੋਰਚਰੀ ਸਾਇੰਸ ਦੇ ਵਿੱਚ ਤਾਂ ਉਸ ਨੂੰ ਪ੍ਰੈਫਰ ਕੀਤਾ ਜਾਏਗਾ। ਨੈਕਸਟ ਪੋਸਟ ਹੈ ਜੀ ਡੈਂਟਲ ਟੈਕਨੀਸ਼ੀਅਨ ਦੀ। ਇੱਕ ਪੋਸਟ ਹੈ ਔਰ ਇੱਕ ਜੀ ਪੋਸਟ ਜਿਹੜੀ ਹੈ ਇਹ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਰੱਖੀ ਗਈ ਹੈ। ਇਸ ਦੇ ਲਈ ਜੋ ਰਿਕੁਆਇਰਡ ਕੁਆਲੀਫਿਕੇਸ਼ਨ ਹੈ ਉਹ ਹੈ ਜੀ ਡੈਂਟਲ ਮਕੈਨਿਕ ਹੋਣਾ ਚਾਹੀਦਾ ਹੈ, ਟੈਕਨੀਸ਼ੀਅਨ ਦਾ ਕੋਰਸ ਕੀਤਾ ਹੋਵੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਦੇ ਵਿੱਚੋਂ। ਤਾਂ ਇਸ ਤਰ੍ਹਾਂ ਅਗਰ ਅਸੀਂ ਟੋਟਲ ਪੋਸਟਾਂ ਦੀ ਗੱਲ ਕਰੀਏ ਕੁੱਲ ਪੋਸਟਾਂ ਹਨ ਜੀ 40, ਜਿਹਦੇ ਵਿੱਚੋਂ 33 ਪੋਸਟਾਂ ਅਨਰਿਜ਼ਰਵਡ ਕੈਟੇਗਰੀ ਦੇ ਵਿੱਚ ਹਨ। 5 ਜੋ ਪੋਸਟਾਂ ਹਨ ਉਹ BC ਕੈਟੇਗਰੀ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ, ਔਰ 2 ਜੋ ਪੋਸਟਾਂ ਹਨ ਉਹ SC ਕੈਟੇਗਰੀ ਦੇ ਲਈ ਰਾਖਵੀਂ ਰੱਖੀਆਂ ਗਈਆਂ ਹਨ। ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਉਸ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। The candidate should apply only online for the above said post till 21st April 2023 up to 5 PM। ਤਾਂ 21 ਅਪ੍ਰੈਲ 2023 ਤੱਕ ਸ਼ਾਮ ਦੇ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਸਿਰਫ ਆਨਲਾਈਨ ਢੰਗ ਦੇ ਰਾਹੀਂ ਹੀ ਅਪਲਾਈ ਕਰ ਸਕਦੇ ਹੋ।
The application is to be filled up online on website www.gmch.gov.in by clicking on vacancies। ਤਾਂ ਜੋ ਇਹ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ gmch.gov.in, ਤੁਸੀਂ ਇਸ ਨੂੰ ਵਿਜ਼ਿਟ ਕਰਨਾ ਹੈ ਔਰ ਵੈਕੈਂਸੀਜ਼ ਦੇ ਪੋਰਟਲ ਦੇ ਉੱਤੇ ਕਲਿੱਕ ਕਰਨਾ ਹੈ। The candidate must upload the following documents at the time of filling up the application form। ਕਿਹੜੇ ਡਾਕੂਮੈਂਟਸ ਹਨ ਜੋ ਤੁਸੀਂ ਐਪਲੀਕੇਸ਼ਨ ਭਰਨ ਲੱਗਿਆ ਨਾਲ ਤੁਸੀਂ ਅਪਲੋਡ ਕਰਨੇ ਹਨ। ਤਾਂ ਉਸ ਦੇ ਵਿੱਚ ਇੱਕ ਤਾਂ ਹੈ ਜੀ ਮੈਟ੍ਰਿਕੂਲੇਸ਼ਨ ਦਾ ਸਰਟੀਫਿਕੇਟ, ਜਿਹਦੇ ਵਿੱਚ ਤੁਹਾਡਾ ਡੇਟ ਆਫ ਬਰਥ ਮੈਂਸ਼ਨ ਕੀਤਾ ਹੋਵੇ, ਤੁਹਾਡਾ ਕਾਸਟ ਸਰਟੀਫਿਕੇਟ ਜਾਤੀ ਸਰਟੀਫਿਕੇਟ ਹੋ ਗਿਆ, ਲੀਨੀਅਰ ਡਿਸੈਂਡੈਂਟ ਸਰਟੀਫਿਕੇਟ, ਅਗਰ ਤੁਹਾਡੇ ਕੋਈ ਫੋਰਫਾਦਰਸ ਦਾ ਮਤਲਬ ਪੇਰੈਂਟਸ ਤੁਹਾਡੇ ਕੋਈ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੈ ਤਾਂ ਤੁਸੀਂ ਉਹਨਾਂ ਦਾ ਵੀ ਜੋ ਸਰਟੀਫਿਕੇਟ ਹੈ ਉਹ ਅਪਲੋਡ ਕਰਨਾ ਹੈ। OBC ਦਾ, ਅਗਰ ਤੁਸੀਂ OBC ਕੈਟੇਗਰੀ ਦੇ ਵਿੱਚ ਪਛੜੀ ਸ਼੍ਰੇਣੀ ਦੇ ਵਿੱਚ ਕੋਈ ਬੈਨੀਫਿਟ ਲੈ ਰਹੇ ਹੋ ਜਾਂ EWS ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਤੁਸੀਂ ਬੈਨੀਫਿਟ ਲੈ ਰਹੇ ਹੋ ਤਾਂ ਉਸ ਸ਼੍ਰੇਣੀ ਦਾ ਤੁਸੀਂ ਜੋ ਸਰਟੀਫਿਕੇਟ ਅਪਲੋਡ ਕਰਨਾ ਹੈ। ਅਗਰ ਕੋਈ ਹੋਰ ਸਰਟੀਫਿਕੇਟ ਤੁਸੀਂ ਕਿਸੇ ਵੀ ਸ਼੍ਰੇਣੀ ਦਾ ਰਾਖਵਾਂਕਰਨ ਲੈਣ ਲਈ ਅਪਲਾਈ ਕੀਤਾ ਹੈ ਤਾਂ ਤੁਸੀਂ ਉਹ ਨਾਲ ਅਪਲੋਡ ਕਰਨਾ ਹੈ। ਰੋਲ ਨੰਬਰ ਐਟ ਐਡਮਿਟ ਕਾਰਡ ਵਿਲ ਬੀ ਅਪਲੋਡਡ ਔਨ ਦਾ ਵੈਬਸਾਈਟ that is gmch.gov.in। ਜੋ ਤੁਹਾਡੇ ਰੋਲ ਨੰਬਰ ਐਡਮਿਟ ਕਾਰਡ ਹਨ ਉਹ ਜੋ ਇਹੀ ਵੈਬਸਾਈਟ ਹੈ gmch.gov.in, ਇਸ ਦੇ ਉੱਤੇ ਹੀ ਅਪਲੋਡ ਕੀਤੇ ਜਾਣਗੇ। The tentative date of written test will be intimated later on website gmch.gov.in। ਤਾਂ ਕਿਸ ਦਿਨ ਤੁਹਾਡਾ ਜੋ ਰਿਟਨ ਟੈਸਟ ਹੋਏਗਾ ਉਸ ਦੀ ਤਰੀਕ ਵੀ ਬਾਅਦ ਦੇ ਵਿੱਚ ਇਸੇ ਵੈਬਸਾਈਟ ਦੇ ਰਾਹੀਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਏਗਾ। Before filling up online application, the candidate must have his or photograph scanned in the JPG format, which should not exceed 15 KB in size, and it has to be uploaded at the time of filling up of the online application form। ਤਾਂ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਐਪਲੀਕੇਸ਼ਨ ਫਾਰਮ ਭਰਨ ਲੱਗਿਆਂ ਤੁਹਾਡੇ ਕੋਲ ਜੋ ਤੁਹਾਡੀ ਸਕੈਨਡ ਫੋਟੋਗ੍ਰਾਫ ਹੋਣੀ ਚਾਹੀਦੀ ਹੈ ਜਿਹੜੀ ਕਿ JPG ਫਾਰਮੈਟ ਦੇ ਵਿੱਚ ਹੋਵੇ ਔਰ ਉਸ ਦਾ ਜੋ ਸਾਈਜ਼ ਹੈ ਉਹ 15 KB ਤੋਂ ਜ਼ਿਆਦਾ ਹੋਣਾ ਨਹੀਂ ਚਾਹੀਦਾ। On successful submission of form on the website, candidates are advised to obtain one copy of printout of the form which will have a registration number, application ID printed on it for further inquiry। ਤਾਂ ਕੈਂਡੀਡੇਟਸ ਨੂੰ ਸਲਾਹ ਦਿੱਤੀ ਗਈ ਹੈ ਕਿ ਆਨਲਾਈਨ ਫਾਰਮ ਫਿਲ ਕਰਨ ਤੋਂ ਬਾਅਦ ਉਹਨਾਂ ਨੇ ਐਪਲੀਕੇਸ਼ਨ ਫਾਰਮ ਦੀ ਕਾਪੀ ਆਪਣੇ ਕੋਲ ਰੱਖ ਲੈਣੀ ਹੈ, ਕਿਉਂਕਿ ਇਸ ਕਾਪੀ ਦੇ ਉੱਪਰ ਹੀ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਹੋਏਗਾ, ਐਪਲੀਕੇਸ਼ਨ ID ਹੋਏਗੀ। ਤਾਂ ਅੱਗੇ ਜੋ ਵੀ ਉਹਨਾਂ ਨੇ ਕੋਈ ਇਨਕੁਆਇਰੀ ਕਰਨੀ ਹੋਏਗੀ ਤਾਂ ਇਸ ਦੇ ਥਰੂ ਹੋ ਸਕਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਸ਼ੈਲ ਕਮੈਂਸ ਵਿਦ ਇਫੈਕਟ ਫਰੋਮ 18 ਮਾਰਚ 23 ਐਟ 5 PM। ਤਾਂ 18 ਮਾਰਚ 23 ਸ਼ਾਮ ਦੇ 5 ਵਜੇ ਤੋਂ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਕੁਝ ਸਾਨੂੰ ਨੋਟ ਦੱਸੇ ਗਏ ਹਨ, ਤਾਂ ਉਹ ਨੋਟ ਕੀ ਹਨ, ਕੀ ਇਹਨਾਂ ਦੇ ਵਿੱਚ ਦੱਸਿਆ ਗਿਆ ਹੈ। ਤਾਂ ਇੱਕ ਤਾਂ ਇਹ ਹੈ ਕਿ ਇਹਨਾਂ ਅਸਾਮੀਆਂ ਦੀ ਜਿਹੜੀ ਗਿਣਤੀ ਹੈ ਉਹ ਕਿਸੇ ਵੀ ਸਮੇਂ ਘਟਾਈ ਵਧਾਈ ਜਾ ਸਕਦੀ ਹੈ। ਔਰ ਦੂਜੀ ਗੱਲ ਹੈ ਕਿ the employees will be given DC rates as fixed by the ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਫਰੋਮ ਟਾਈਮ ਟੂ ਟਾਈਮ। ਇਹਨਾਂ ਅਸਾਮੀਆਂ ਦੇ ਲਈ ਜੋ ਕੈਂਡੀਡੇਟ ਸਿਲੈਕਟ ਹੁੰਦੇ ਹਨ ਉਹਨਾਂ ਨੂੰ DC ਰੇਟ ਹੀ ਮਿਲਣਯੋਗ ਹੋਣਗੇ। These posts will be filled by the direct contract। ਇਹ ਜੋ ਪੋਸਟਾਂ ਹਨ, ਅਸਾਮੀਆਂ ਹਨ, ਇਹ ਡਾਇਰੈਕਟ ਕੰਟਰੈਕਟ ਦੇ ਆਧਾਰ ਤੇ ਭਰੀਆਂ ਜਾਣਗੀਆਂ। ਅਗਰ ਅਸੀਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਜੋ ਹੈ ਜੀ 1/1/2023 ਨੂੰ 18 ਸਾਲ ਤੋਂ ਲੈ ਕੇ 37 ਸਾਲ ਦੇ ਦਰਮਿਆਨ ਹੋਣੀ ਜ਼ਰੂਰੀ ਹੈ। ਜੋ SC ਕੈਂਡੀਡੇਟਸ ਹਨ ਉਹਨਾਂ ਨੂੰ ਇਸ ਦੇ ਵਿੱਚ 5 ਸਾਲ ਦੀ ਛੋਟ ਦਿੱਤੀ ਗਈ ਹੈ। OBC ਕੈਟੇਗਰੀ ਦੇ ਨਾਲ ਜਿਹੜੇ ਕੈਂਡੀਡੇਟ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ 3 ਸਾਲ ਦੀ ਛੋਟ ਹੈ। ਔਰ ਅਗਰ ਕਿਸੇ ਹੋਰ ਕੈਟੇਗਰੀ ਦੇ ਨਾਲ ਰੱਖਦੇ ਹਨ ਤਾਂ ਉਹਨਾਂ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਰੂਲਸ ਦੇ ਅਕੋਰਡਿੰਗ ਹੀ ਜੋ ਰਿਲੈਕਸੇਸ਼ਨ ਹੈ ਉਮਰ ਦੇ ਵਿੱਚ ਉਹ ਮਿਲੇਗੀ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ, ਐਪਲੀਕੇਸ਼ਨ ਫੀਸ ਪੂਰੀ ਤਰ੍ਹਾਂ ਨੋਨ ਰਿਫੰਡੇਬਲ ਹੈ, ਕਿਸੇ ਵੀ ਹਾਲਤ ਦੇ ਵਿੱਚ ਵਾਪਸ ਕਰਨ ਯੋਗ ਨਹੀਂ ਹੋਏਗੀ। ਤਾਂ ਸ਼ਡਿਊਲ ਕਾਸਟ ਭਾਵ ਕਿ SC ਕੈਟੇਗਰੀ ਦੇ ਲਈ ਜੋ ਫੀਸ ਹੈ ਜੀ ਉਹ ਹੈ 500 ਰੁਪਈਆ। ਜਨਰਲ ਕੈਟੇਗਰੀ OBC ਔਰ ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ ਜੋ ਫੀਸ ਰੱਖੀ ਗਈ ਹੈ ਉਹ ਹੈ ਜੀ 1000 ਰੁਪਈਆ। ਐਕਸ ਸਰਵਿਸਮੈਨ ਔਰ ਫਿਜ਼ੀਕਲ ਹੈਂਡੀਕੈਪ ਅਗਰ ਕੋਈ ਹੈ ਕੈਂਡੀਡੇਟ ਤਾਂ ਉਸ ਨੂੰ ਫੀਸ ਦੇ ਉੱਚ ਛੋਟ ਦਿੱਤੀ ਗਈ ਹੈ। ਰਿਜ਼ਰਵੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਜੋ ਰਿਜ਼ਰਵੇਸ਼ਨ ਹੈ ਉਹ ਉਮਰ ਹੱਦ ਦੇ ਵਿੱਚ ਕੀਤੀ ਗਈ ਹੈ ਵੱਖ-ਵੱਖ ਕੈਟੇਗਰੀਜ਼ ਦੇ ਲਈ। ਅਦਰ ਜੋ ਜਨਰਲ ਕੰਡੀਸ਼ਨਸ ਹਨ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। The candidates who are willing to apply for the website post must have the essential qualification, caste certificate, ICT skill, last date of receipt of online application, otherwise the candidature will be rejected straight away। ਤਾਂ ਇਹਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਜਿਸ ਵੀ ਕੈਟੇਗਰੀ ਦਾ ਅਧੀਨ ਕੋਈ ਰਾਖਵਾਂਕਰਨ ਲੈਣਾ ਚਾਹੁੰਦੇ ਹੋ, ਸਪੋਜ਼ ਤੁਸੀਂ ਜਾਤੀ ਦੇ ਆਧਾਰ 'ਤੇ ਕੋਈ ਬੈਨੀਫਿਟ ਲੈਣਾ ਹੈ ਜਾਂ ਤੁਸੀਂ ਕੋਈ ਵੀ ਕੁਆਲੀਫਿਕੇਸ਼ਨ ਲਈ ਹੈ, ICT ਦੇ ਵਿੱਚ ਸਕਿੱਲ ਹਾਸਲ ਕੀਤੇ ਹਨ, ਤਾਂ ਐਪਲੀਕੇਸ਼ਨ ਜੋ ਅਪਲਾਈ ਕਰਨ ਦੀ ਅੰਤਿਮ ਮਿਤੀ ਹੈ ਉਦੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਉਹ ਜੋ ਕੁਆਲੀਫਿਕੇਸ਼ਨ ਹੈ, ਜੋ ਯੋਗਤਾ ਹੈ ਉਹ ਲਾਜ਼ਮੀ ਤੌਰ 'ਤੇ ਹੋਣੀ ਜ਼ਰੂਰੀ ਹੈ। ਹੋਰ ਇਹਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਜੋ ਪੋਸਟ ਹਨ ਇਹ ਟੈਂਟੇਟਿਵ ਹਨ, ਸੰਭਾਵੀ ਪੋਸਟਾਂ ਹਨ ਔਰ ਇਹਨਾਂ ਦੀ ਗਿਣਤੀ ਕਿਸੇ ਵੀ ਸਮੇਂ ਜੋ ਘਟਾਈ ਵਧਾਈ ਜਾ ਸਕਦੀ ਹੈ। ਮੋਸਟ ਇੰਪੋਰਟੈਂਟ ਜੋ ਇਹਦੇ ਵਿੱਚ ਹੈ ਉਹ 5 ਨੰਬਰ ਪੁਆਇੰਟ ਹੈ ਜੀ, ਤੁਸੀਂ ਦੇਖ ਸਕਦੇ ਹੋ। ਦ ਰਿਟਨ ਟੈਸਟ ਵਿਲ ਬੀ ਹੈਲਡ ਇਨ ਚੰਡੀਗੜ੍ਹ ਓਨਲੀ। ਕਿ ਜੋ ਲਿਖਤੀ ਪ੍ਰੀਖਿਆ ਹੈ ਉਹ ਸਿਰਫ ਚੰਡੀਗੜ੍ਹ ਦੇ ਵਿੱਚ ਹੋਏਗੀ ਔਰ ਜੋ ਐਡਮਿਟ ਕਾਰਡਸ ਹਨ ਉਹ
GMCH ਦੀ ਜੋ ਅਫੀਸ਼ੀਅਲ ਵੈਬਸਾਈਟ ਹੈ, ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਉਸ ਦੇ ਉੱਤੇ ਪਾਏ ਜਾਣਗੇ। ਕੈਂਡੀਡੇਟਸ ਉਸ ਸਾਈਟ ਨੂੰ ਵਿਜ਼ਿਟ ਕਰਕੇ ਵੈਕੈਂਸੀਜ਼ ਦੇ ਉੱਤੇ ਕਲਿੱਕ ਕਰਕੇ ਆਪਣਾ ਰਜਿਸਟ੍ਰੇਸ਼ਨ ਨੰਬਰ, ਆਪਣੀ ਐਪਲੀਕੇਸ਼ਨ ID, ਡੇਟ ਆਫ ਬਰਥ ਭਰ ਕੇ ਆਪਣੇ ਐਡਮਿਟ ਕਾਰਡਸ ਨੂੰ ਜੋ ਡਾਊਨਲੋਡ ਕਰ ਸਕਦੇ ਹਨ। ਬਾਏ ਪੋਸਟ ਕਿਸੇ ਨੂੰ ਵੀ ਜੋ ਐਡਮਿਟ ਕਾਰਡਸ ਆ ਉਹ ਨਹੀਂ ਭੇਜੇ ਜਾਣਗੇ। ਔਰ ਇੱਕ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਅਗਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਇਮਤਿਹਾਨ ਦੇਣ ਦੇ ਲਈ ਆਉਂਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੋਈ TA DA ਨਹੀਂ ਦਿੱਤਾ ਜਾਏਗਾ। The claim of candidates belonging to OBC category will only be considered if the caste of OBC reflects in the Chandigarh OBC list। ਤਾਂ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਤੁਹਾਨੂੰ OBC ਕੈਟਾਗਰੀ ਦਾ ਲਾਭ ਸਿਰਫ ਉਦੋਂ ਹੀ ਦਿੱਤਾ ਜਾਏਗਾ ਅਗਰ ਜਿਹੜੀ ਤੁਹਾਡੀ OBC ਜਾਤੀ ਹੈ ਉਹ ਚੰਡੀਗੜ੍ਹ ਜੋ ਏਰੀਆ ਪੈਂਦਾ ਹੈ ਉਸ ਦੀ OBC ਲਿਸਟ ਦੇ ਵਿੱਚ ਮੌਜੂਦ ਹੈ। Mere appearance in the written test does not imply that the candidate are eligible for the post। ਸਿਰਫ ਤੁਹਾਡੇ ਇਮਤਿਹਾਨ ਦੇਣ ਦੇ ਨਾਲ ਹੀ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਯੋਗ ਨਹੀਂ ਪਾਏ ਜਾਓਗੇ। ਬਕਾਇਦਾ ਤੁਹਾਡੇ ਜੋ ਅਗਰ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤਾਂ ਤੁਹਾਡੇ ਜੋ ਸਾਰੇ ਡਾਕੂਮੈਂਟਸ ਉਹ ਪੂਰੀ ਤਰ੍ਹਾਂ ਚੈੱਕ ਕੀਤੇ ਜਾਣਗੇ। ਅਗਰ ਤੁਹਾਡੇ ਸਾਰੇ ਡਾਕੂਮੈਂਟਸ ਠੀਕ ਪਾਏ ਜਾਂਦੇ ਹਨ ਤਾਂ ਫਿਰ ਹੀ ਤੁਹਾਨੂੰ ਇਹਨਾਂ ਪੋਸਟਾਂ ਦੇ ਲਈ ਵਿਚਾਰਿਆ ਜਾਏਗਾ। ਹੋਰ ਇਹਦੇ ਵਿੱਚ ਕੀ ਇੰਪੋਰਟੈਂਟ ਪੁਆਇੰਟ ਦੱਸਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ। Candidates are required to have a valid personal email ID which should be kept active during the recruitment process, as all the information relating to recruitment of the said post will be available only online। ਤਾਂ ਇਹਦੇ ਵਿੱਚ ਦੱਸਿਆ ਗਿਆ ਕਿ ਤੁਹਾਡੇ ਕੋਲ ਜੋ ਕੈਂਡੀਡੇਟ ਹਨ ਉਹਨਾਂ ਕੋਲ ਉਹਨਾਂ ਦੀ ਵੈਲਿਡ ਈਮੇਲ ID ਹੋਣੀ ਚਾਹੀਦੀ ਹੈ, ਕਿਉਂਕਿ ਜੋ ਵੀ ਇਹਨਾਂ ਅਸਾਮੀਆਂ ਸੰਬੰਧੀ ਜਾਣਕਾਰੀ ਦਿੱਤੀ ਜਾਊਗੀ ਉਹ ਆਨਲਾਈਨ ਮੈਥਡ ਦੇ ਰਾਹੀਂ ਈਮੇਲ ਦੇ ਰਾਹੀਂ ਹੀ ਦਿੱਤੀ ਜਾਏਗੀ। The eligible candidates are required to bring all the certificate testimonials in original in support of their qualification, experience and date of birth etc, following which they will not be allowed to appear in the counselling under any circumstances। ਤਾਂ ਇਹਦੇ ਵਿੱਚ ਕਿਹਾ ਗਿਆ ਹੈ ਕਿ ਅਗਰ ਤੁਹਾਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਤੁਸੀਂ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਆਉਣੇ ਹਨ, ਓਰੀਜਨਲ ਵੀ ਲੈ ਕੇ ਆਉਣੇ ਹਨ, ਜਿਹਦੇ ਵਿੱਚ ਤੁਹਾਡੀ ਵਿਦਿਅਕ ਯੋਗਤਾ ਹੋਏਗੀ, ਤਜਰਬਾ ਸਰਟੀਫਿਕੇਟ ਹੋਏਗਾ, ਡੇਟ ਆਫ ਬਰਥ ਹੋਏਗਾ। ਅਗਰ ਤੁਸੀਂ ਕਿਸੇ ਕੈਟੇਗਰੀ ਦੀ ਲਾਭ ਲਿਆ ਹੈ ਤਾਂ ਉਹ ਹੋਏਗਾ। ਅਗਰ ਤੁਸੀਂ ਇਹ ਡਾਕੂਮੈਂਟਸ ਨਹੀਂ ਲਿਆ ਪਾਉਂਦੇ ਹੋ ਤਾਂ ਜੋ ਤੁਹਾਡੀ ਪਾਤਰਤਾ ਹੈ ਉਸ ਨੂੰ ਰੱਦ ਕਰ ਦਿੱਤਾ ਜਾਏਗਾ। ਵਿਸ਼ੇਸ਼ ਨੋਟ ਕੀ ਦਿੱਤਾ ਗਿਆ ਹੈ, The application received other than the through online process will not be entertained and rejected summarily। ਅਗਰ ਤੁਸੀਂ ਆਨਲਾਈਨ ਢੰਗ ਤਰੀਕੇ ਨਾਲ ਅਪਲਾਈ ਨਹੀਂ ਕਰਦੇ, ਕਿਸੇ ਹੋਰ ਵਿਧੀ ਦੇ ਰਾਹੀਂ ਅਪਲਾਈ ਕਰਦੇ ਹੋ ਤਾਂ ਜੋ ਤੁਹਾਡੀ ਪਾਤਰਤਾ ਰੱਦ ਕਰ ਦਿੱਤੀ ਜਾਏਗੀ। All the information such as download of admit card, written test, date of counseling etc will be uploaded on the GMCH website gmch.gov.in। ਤਾਂ ਇਹਦੇ ਵਿੱਚ ਦੱਸਿਆ ਹੈ ਕਿ ਜੋ ਤੁਹਾਨੂੰ ਐਡਮਿਟ ਕਾਰਡ ਦਿੱਤੇ ਜਾਣਗੇ, ਜੋ ਤੁਹਾਡਾ ਰਿਟਨ ਟੈਸਟ ਹੋਣਾ ਹੈ, ਡੇਟ ਆਫ ਕਾਉਂਸਲਿੰਗ ਹੈ, ਇਸ ਦੇ ਸੰਬੰਧੀ ਜੋ ਸਾਰੀ ਜਾਣਕਾਰੀ ਹੈ ਜੋ ਕਿ ਅਫੀਸ਼ੀਅਲ ਵੈਬਸਾਈਟ www.gmch.gov.in ਤੇ ਹੋਏਗੀ। ਇਸ ਦੇ ਲਈ ਤੁਹਾਨੂੰ ਪੱਤਰ ਵਿਹਾਰ ਰਾਹੀਂ ਅਲੱਗ ਤੋਂ ਕੋਈ ਸੂਚਿਤ ਨਹੀਂ ਕੀਤਾ ਜਾਏਗਾ। Through every step have been taken to ensure the vacancy of the advertisement, still the department reserves the right to deal with any error that may have crept in accordance with the existing notified recruitment rules of the department as well as approved selection criteria। ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਕੋਈ ਵੀ ਗਲਤੀ ਨਾ ਹੋਵੇ। ਅਗਰ ਹੁੰਦੀ ਹੈ ਤਾਂ ਇਸ ਦੇ ਲਈ ਜੋ ਅਧਿਕਾਰ ਹੋਣਗੇ ਉਹ ਡਿਪਾਰਟਮੈਂਟ ਦੇ ਕੋਲ ਹੀ ਹੋਣਗੇ। ਅਗਰ ਤੁਹਾਨੂੰ ਕੋਈ ਟੈਕਨੀਕਲ ਅਸਿਸਟੈਂਟ ਚਾਹੀਦੀ ਹੈ ਤਾਂ ਇਸ ਦੇ ਲਈ ਜੋ ਅਲੱਗ-ਅਲੱਗ ਜੋ ਫੋਨ ਨੰਬਰ ਪ੍ਰੋਵਾਈਡ ਕੀਤੇ ਗਏ ਹਨ, ਜਿਸ ਤਰ੍ਹਾਂ ਕਿ 017226525358, ਤੁਸੀਂ ਇਹਨਾਂ ਦੇ ਉੱਤੇ ਕਾਲ ਕਰਕੇ ਜੋ ਆਪਣੀ ਕੁਐਰੀ ਹੈ ਉਸ ਨੂੰ ਹੱਲ ਕਰ ਸਕਦੇ ਹੋ। ਇੱਕ ਹੋਰ ਨੰਬਰ ਹੈ ਜੀ 26010223। ਤਾਂ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸੰਪਰਕ ਤੁਸੀਂ ਕਰ ਸਕਦੇ ਹੋ। ਸੋ ਦੋਸਤੋ, ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ। ਜਲਦ ਤੋਂ ਜਲਦ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ ਔਰ ਅੱਜ ਤੋਂ ਹੀ ਇਹਨਾਂ ਪੋਸਟਾਂ ਦੀ ਤਿਆਰੀ ਦੇ ਲਈ ਜੁੜ ਜਾਓ। ਔਰ ਇਸ ਤਰ੍ਹਾਂ ਦੀਆਂ ਪੋਸਟਾਂ ਸੰਬੰਧੀ, ਇਸ ਤਰ੍ਹਾਂ ਦੀਆਂ ਅਸਾਮੀਆਂ ਸੰਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ। ਥੈਂਕ ਯੂ ਵੈਰੀ ਮੱਚ।